ਤੇ ਅੱਜ ਅਸੀਂ ਦੇਖਦੇ ਹਾਂ ਕਿ ਮਨਦੀਪ ਜੀ ਸਾਨੂੰ ਕਿੱਥੇ ਲੈ ਕੇ ਚੱਲਿਆ। ਸੋ ਰੀਮਾ ਜੀ ਅੱਜ ਅਸੀਂ ਜਾਵਾਂਗੇ ਦੋ ਕੰਟਰੀਜ਼ ਹੈ ਜਾਰਜੀਆ ਤੇ ਅਰਮੀਨੀਆ। ਤੇ ਕਿਹੜਾ ਵਾਲਾ ਕਲਚਰ ਤੁਹਾਨੂੰ ਉੱਥੇ ਦੇਖਣ ਨੂੰ ਮਿਲਦਾ ਹੈ, ਏਸ਼ੀਆ ਦਾ ਜਾਂ ਯੂਰਪ ਦਾ? ਵਾਈਨ ਕੰਟਰੀ ਕਿਹਾ ਜਾਂਦਾ ਹੈ ਕਿ ਇੱਥੇ ਵਾਈਨ ਦੀ ਸ਼ੁਰੂਆਤ ਇੱਥੋਂ ਹੋਈ ਸੀਗੀ, ਇਜ਼ ਇਟ ਟਰੂ? ਜੀ ਬਿਲਕੁਲ। ਹੁਣ ਆਪਾਂ ਕਹਿ ਸਕਦੇ ਕਿ ਆਪਾਂ ਜਾਰਜੀਆ ਤੇ ਅਰਮੀਨੀਆ ਤੇ ਜਾਣਾ ਹੀ ਜਾਣਾ ਆ ਜਸਟ ਬਿਕਾਜ਼ ਆਫ ਵਾਈਨ ਟੇਸਟਿੰਗ। ਸੋ ਜਾਰਜੀਆ ਦਾ ਲੈਂਡਸਕੇਪ ਕਿੱਦਾਂ, ਸਾਨੂੰ ਉੱਥੇ ਕੀ ਦੇਖਣ ਨੂੰ ਮਿਲੇਗਾ ਔਰ ਕਿੰਨੇ ਦਿਨਾਂ ਦਾ ਟੂਰ ਹੁੰਦਾ ਇੰਕਲੂਡਿੰਗ ਜਾਰਜੀਆ ਐਂਡ ਅਰਮੀਨੀਆ? ਸੋ ਅਗਰ ਅਸੀਂ ਟੋਟਲ ਦਿਨਾਂ ਦੀ ਗੱਲ ਕਰੀਏ ਤਾਂ ਅਬਾਊਟ 12 ਦਿਨ ਦਾ ਟੂਰ। ਸੋ ਫਿਰ ਇੱਥੇ ਜਾਣ ਵਾਸਤੇ ਸਾਨੂੰ ਕੋਈ ਬ੍ਰਿਟਿਸ਼ ਨੈਸ਼ਨਲ ਜਾਂ ਇੰਡੀਅਨ ਨੈਸ਼ਨਲ ਕੋਈ ਸਪੈਸ਼ਲ ਵੀਜ਼ਾ ਜਾਂ ਕੁਝ ਚਾਹੀਦਾ? ਸਤਿ ਸ਼੍ਰੀ ਅਕਾਲ। ਚਲੋ ਚਲਿਏ ਵਿਦ ਪੇਅਰ ਟਰੈਵਲ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਦੇਖਦੇ ਹਾਂ ਕਿ ਮਨਦੀਪ ਜੀ ਸਾਨੂੰ ਕਿੱਥੇ ਲੈ ਕੇ ਚੱਲਿਆ। ਤਾਂ ਚਲੋ ਮਿਲਦੇ ਹਾਂ ਅਸੀਂ ਪੇਅਰ ਟਰੈਵਲ ਦੇ ਡਾਇਰੈਕਟਰ ਮਨਦੀਪ ਜੀ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰੀਮਾ ਜੀ, ਠੀਕ ਹੋ ਤੁਸੀਂ? ਬਸ ਵਧੀਆ, ਤੁਸੀਂ ਸੁਣਾਓ? ਜੀ ਬਿਲਕੁਲ ਠੀਕ ਠਾਕ, ਥੈਂਕ ਯੂ ਸੋ ਮਚ। ਗ੍ਰੇਟ। ਸੋ ਅੱਜ ਤੁਸੀਂ ਸਾਨੂੰ ਕਿੱਥੇ ਦੀ ਸੈਰ ਕਰਾ ਰਹੇ ਹੋ? ਸੋ ਰੀਮਾ ਜੀ ਅੱਜ ਅਸੀਂ ਜਾਵਾਂਗੇ ਕੁਆਇਟ ਯੂਨੀਕ ਔਰ ਥੋੜੀ ਜਿਹੀ ਅਨਯੂਜੂਅਲ ਕੰਟਰੀਜ਼। ਦੋ ਕੰਟਰੀਜ਼ ਹੈ ਜਾਰਜੀਆ ਤੇ ਅਰਮੀਨੀਆ। ਓਕੇ, ਜਾਰਜੀਆ ਤੇ ਅਰਮੀਨੀਆ। ਜੀ ਵੈਸੇ ਇਹਨਾਂ ਕੰਟਰੀਜ਼ ਬਾਰੇ ਜੇ ਮੈਂ 10 ਸਾਲ ਪਹਿਲਾਂ ਦੀ ਗੱਲ ਕਰਾਂ ਤੇ ਇੰਨੇ ਫੇਮਸ ਨਹੀਂ ਸੀਗੇ। ਆਈ ਥਿੰਕ ਇਟਸ ਫਰਮ ਲਾਸਟ ਡਿਕੇਡ ਕਿ ਇਹ ਕੰਟਰੀਜ਼ ਕਾਫੀ ਹੌਲੀਡੇਜ਼ ਵਾਸਤੇ ਫੇਮਸ ਹੋ ਗਈਆਂ। ਕੋਈ ਸਪੈਸ਼ਲ ਰੀਜ਼ਨ? ਜੀ ਬਿਲਕੁਲ। ਸੋ ਐਦਾਂ ਹੋ ਰਿਹਾ ਕਿਉਂਕਿ ਜਿੱਦਾਂ ਹੁਣ ਟਰੈਵਲਿੰਗ ਇੰਨੀ ਜ਼ਿਆਦਾ ਹੋ ਰਹੀ ਹੈ। ਤੁਸੀਂ ਦੇਖੋ ਫਲਾਈਟਸ ਅੱਜਕੱਲ ਇੰਨੀ ਟਿਕਟਸ ਬੁੱਕ ਹੋ ਰਹੀ ਹੈ, ਕਦੀ ਨਹੀਂ ਇੰਨੀ ਹੁੰਦੀ ਸੀਗੀ ਪਹਿਲੇ। ਬੈਕ ਇਨ ਡੇਜ਼ ਜਦੋਂ ਅਸੀਂ ਨਿਆਣੇ ਛੋਟੇ ਹੁੰਦੇ ਸੀਗੇ, ਈਵਨ ਇੰਡੀਆ ਦੇ ਵਿੱਚ ਵੀ ਇਟ ਵਾਸ ਆਲਵੇਜ਼ ਅ ਪ੍ਰਿਵਿਲੇਜ ਟੂ ਟਰੈਵਲ ਕਿ ਕੁਝ ਲੋਕ ਕੋਈ ਟਰੈਵਲ ਕਰ ਸਕਦਾ ਸੀਗਾ। ਪਲੇਨ ਦੇਖ ਕੇ ਲੋਕ ਖੁਸ਼ ਹੋ ਜਾਂਦੇ। ਅੱਜਕੱਲ ਦੁਨੀਆ ਬਹੁਤ ਛੋਟੀ ਹੋ ਗਈ ਹੈ ਤੇ ਦੁਨੀਆ ਖੁੱਲੀ ਜਾ ਰਹੀ ਹੈਗੀ ਹੈ। ਪਹਿਲੇ ਜਿਹੜੀ ਚੀਜ਼ਾਂ ਬਾਰੇ, ਜਿਹੜੀ ਕੰਟਰੀਜ਼ ਬਾਰੇ ਨਹੀਂ ਪਤਾ ਹੁੰਦਾ ਸੀਗਾ, ਹੁਣ ਉਹ ਵੀ ਪਤਾ ਲੱਗ ਰਿਹਾ ਹੈ। ਮਗਰ ਮੇਰੀ ਵੀ ਕੋਸ਼ਿਸ਼ ਹੁੰਦੀ ਹੈ ਰੀਮਾ ਜੀ ਕਿ ਥੋੜੀ ਜਿਹੀ, ਕਿਉਂਕਿ ਯੂਜੂਅਲ ਕੰਟਰੀਜ਼ ਜਿੱਦਾਂ ਦੁਬਈ ਵਗੈਰਾ ਹੈਗਾ, ਇਹ ਵਾਲੀ ਕੰਟਰੀਜ਼ ਅਸੀਂ ਬਹੁਤ ਜ਼ਿਆਦਾ ਟਰੈਵਲ ਕਰਦੇ ਹਾਂ। ਮੈਂ ਕੋਸ਼ਿਸ਼ ਕਰਦਾ ਕਈ ਵਾਰੀ ਕਿ ਅਸੀਂ ਥੋੜੀ ਜਿਹੀ ਅਲੱਗ ਜਗ੍ਹਾਵਾਂ ਤੇ ਜਾਈਏ, ਅਲੱਗ ਥੋੜੀ ਜਿਹੀ ਜਗ੍ਹਾ ਦੇਖੀਏ, ਅਲੱਗ ਕੰਟਰੀਜ਼ ਦੇਖੀਏ, ਕਿਉਂਕਿ ਉੱਥੇ ਦਾ ਵੀ ਅਸੀਂ ਕਲਚਰ, ਲੈਂਗੁਏਜ, ਫੂਡ ਦੇਖੀਏ ਕਿ ਕਿੰਨਾ ਅਲੱਗ ਹੈਗਾ। ਸੋ ਇਹ ਜਿਹੜੀ ਦੋ ਕੰਟਰੀਜ਼ ਹੈਗੀਆਂ ਜਾਰਜੀਆ ਔਰ ਅਰਮੀਨੀਆ, ਜਦੋਂ ਅਸੀਂ ਪਹਿਲਾ ਟੂਰ ਵੈਸੇ ਕੀਤਾ ਸੀਗਾ ਤੇ ਕਾਫੀ ਕਨਫਿਊਜ਼ਨ ਵੀ ਸੀਗੀ। ਮੈਨੂੰ ਫੋਨ ਆਉਂਦੇ ਸੀਗੇ ਕਿ ਜਾਰਜੀਆ ਅਸੀਂ ਅਮਰੀਕਾ ਜਾ ਰਹੇ ਹਾਂ। ਅਰਮੀਨੀਆ ਨੂੰ ਲੋਕ ਸੋਚਦੇ ਸੀਗੇ ਇਟਸ ਰੋਮੇਨੀਆ, ਬਟ ਨੋ। ਸੋ ਦਿਸ ਇਜ਼ ਜਾਰਜੀਆ ਐਂਡ ਅਰਮੀਨੀਆ, ਦੋਨੋਂ ਨੇਬਰਿੰਗ ਕੰਟਰੀਜ਼ ਹੈ, very beautiful countries, and these actually are ex USSR countries. So USSR ਜਦੋਂ ਇੱਕ ਸੀਗਾ ਟੁੱਟਣ ਤੋਂ ਪਹਿਲੇ, ਇਹ ਕੰਟਰੀਜ਼ ਸਾਰੀ USSR, ਇਹ ਦੋਨੋਂ USSR ਦੇ ਵਿੱਚ ਆਉਂਦੀਆਂ ਸੀਗੀਆਂ ਤੇ ਹੁਣ ਜਿਹੜੀ ਹੈਗੀ ਦੇ ਆਰ ਇੰਡੀਪੈਂਡੈਂਟ ਕੰਟਰੀਜ਼। ਤੇ ਹਲੇ ਵੀ ਸੋਵੀਅਤ ਏਰੀਆ ਦੇ ਕੁਝ ਉੱਥੇ ਬਿਲਡਿੰਗਸ ਝਲਕ ਤੁਸੀਂ ਦੇਖ ਸਕਦੇ ਹੋ, ਮਗਰ ਦੇ ਆਰ ਵੈਰੀ ਮਾਡਰਨ ਕੰਟਰੀਜ਼ and they're at the border of Asia and Europe. ਜਿੱਦਾਂ ਟਰਕੀ ਹੈ, ਟਰਕੀ ਵੀ ਨੇਬਰਿੰਗ ਕੰਟਰੀ ਹੈ ਜਾਰਜੀਆ ਦੀ। ਸੋ ਇੱਥੇ ਯੂਰਪ ਖਤਮ ਹੁੰਦਾ ਔਰ ਏਸ਼ੀਆ ਸ਼ੁਰੂ ਹੁੰਦਾ, ਮਗਰ ਦੋਨੋਂ ਕੰਟਰੀਜ਼ ਵੈਸੇ ਯੂਰਪ ਵਿੱਚ ਹੀ ਆਉਂਦੀਆਂ। ਓਕੇ, ਸੋ ਫਿਰ ਕਿਹੜਾ ਵਾਲਾ ਕਲਚਰ ਤੁਹਾਨੂੰ ਉੱਥੇ ਦੇਖਣ ਨੂੰ ਮਿਲਦਾ ਹੈ, ਏਸ਼ੀਆ ਦਾ ਜਾਂ ਯੂਰਪ ਦਾ? ਸੋ ਜ਼ਿਆਦਾ ਯੂਰੋਪੀਅਨ ਕਲਚਰ ਦੇਖਣ ਨੂੰ ਸਾਨੂੰ ਮਿਲਦਾ ਹੈ। ਈਵਨ ਫੂਡ ਵੀ ਜ਼ਿਆਦਾ ਇੰਸਪਾਇਰਡ ਹੈ, ਮਗਰ ਥੋੜਾ ਜਿਹਾ ਅਗਰ ਇਸ ਸਾਈਡ ਦੀ ਅਸੀਂ ਡਿਸ਼ਸ ਦੇਖੀਏ, ਅਗਰ ਸਪਾਈਸ ਦੀ ਗੱਲ ਕਰੀਏ ਤਾਂ ਥੋੜਾ ਜਿਹਾ ਸਪਾਈਸੀ ਹੈ ਸਾਡੇ ਵੱਲ ਯੂਰਪ ਤੋਂ। ਓਕੇ, ਦੈਟਸ ਲਵਲੀ। ਔਰ ਨਾਲੇ ਕਹਿੰਦੇ ਆ ਕਿ ਜਾਰਜੀਆ ਦੇ ਵਿੱਚ ਐਂਡ ਅਰਮੀਨੀਆ ਆਫ ਕੋਰਸ ਵਾਈਨ ਕੰਟਰੀ ਕਿਹਾ ਜਾਂਦਾ ਹੈ ਕਿ ਇੱਥੇ ਵਾਈਨ ਦੀ ਸ਼ੁਰੂਆਤ ਇੱਥੋਂ ਹੋਈ ਸੀਗੀ, ਇਜ਼ ਇਟ ਟਰੂ? ਜੀ ਬਿਲਕੁਲ। ਸੋ ਵਾਈਨ ਜਿਹੜਾ ਨਾ ਉਹਨਾਂ ਦਾ ਦੋਨੋਂ ਹੈ ਕਲਚਰ ਐਂਡ ਰਿਲੀਜਨ। ਦੋਨੋਂ ਹੀ ਕੰਟਰੀਜ਼ ਕ੍ਰਿਸਚੀਅਨ ਕੰਟਰੀਜ਼ ਹੈ ਤੇ ਵਾਈਨ ਐਂਡ ਬ੍ਰੈਡ ਇਜ਼ in the religion and the culture of Christianity. So ਵਾਈਨ ਜਿਹੜੀ ਹੈਗੀ ਹੈ ਬਹੁਤ ਹੀ ਮਸ਼ਹੂਰ ਹੈ। ਜਾਰਜੀਅਨ ਐਂਡ ਅਰਮੀਨੀਆ ਦੀ ਬ੍ਰਾਂਡੀ ਜ਼ਿਆਦਾ ਮਸ਼ਹੂਰ ਹੈ, ਜਾਰਜੀਆ ਦੀ ਵਾਈਨ ਜ਼ਿਆਦਾ ਮਸ਼ਹੂਰ ਹੈ। ਐਂਡ ਟੂ ਬੀ ਓਨੈਸਟ ਅਸੀਂ ਐਕਚੁਅਲੀ ਜਿਹੜਾ ਇੱਕ ਖੇਤੀ ਰੀਜਨ ਹੈ ਜਿੱਥੇ ਅਸੀਂ ਠਹਿਰਦੇ ਵੀ ਆ, ਉਹਦੇ ਵਿੱਚ ਜਿਹੜਾ ਸਾਡਾ ਹੋਟਲ ਹੈ ਇਟਸ ਐਕਚੁਅਲੀ ਇਨ ਦਾ ਵਿਨਯਾਰਡ। ਅੱਛਾ। ਤੇ ਹਾਂ, ਸੋ ਇਸ ਵਾਰੀ ਜਦੋਂ ਅਸੀਂ ਟੂਰ ਤੇ ਗਏ ਸੀਗੇ ਤੇ ਵੈਸੇ ਮੌਕਾ ਨਹੀਂ ਮਿਲਦਾ, ਅਸੀਂ ਕਈ ਵਾਰੀ ਦੇਖਿਆ ਵੀ ਹੁੰਦਾ। ਐਕਚੁਅਲੀ ਵੀ ਵਰ ਵੈਰੀ ਲੱਕੀ ਕਿ ਅਸੀਂ ਸੈਪਟੈਂਬਰ ਵਿੱਚ ਜਦੋਂ ਗਏ ਸੀਗੇ ਤੇ ਉਹ ਨਾ ਹਾਰਵੈਸਟਿੰਗ ਸੀਜ਼ਨ ਸੀਗਾ ਅੰਗੂਰਾਂ ਦਾ, ਗ੍ਰੇਪਸ ਦਾ। ਤੇ ਫਿਰ ਉੱਥੇ ਜਿਹੜਾ ਅਸੀਂ ਵਾਈਨਯਾਰਡ ਗਏ, ਜਦੋਂ ਵਿਨਯਾਰਡ ਗਏ ਤੇ ਵੀ ਗੋਟ ਅ ਚਾਂਸ ਕਿ ਅਸੀਂ ਉਹ ਅੰਗੂਰ ਹਾਰਵੈਸਟ ਕਰਕੇ, ਤੋੜ ਕੇ ਤੇ ਉਹਨੂੰ ਪੈਰ ਦੇ ਨਾਲ ਕ੍ਰਸ਼ ਕਰਕੇ, ਜਿਹੜੀ ਵਾਈਨ ਮੇਕਿੰਗ ਓਲਡ ਟ੍ਰੈਡੀਸ਼ਨਲ ਪ੍ਰੋਸੈਸ ਹੁੰਦੀ ਹੈ, ਉਹ ਕਰਨ ਦਾ ਵੀ। ਸੋ ਜਿੰਨੇ ਵੀ ਲੋਕ ਸਾਰੇ ਗਰੁੱਪ ਵਿੱਚ ਸੀਗੇ, ਇਟ ਵਾਸ ਵੈਰੀ ਇੰਟਰਸਟਿੰਗ। ਹਾਂ, ਤੇ ਹਲੇ ਜਦੋਂ ਕਿਉਂਕਿ ਸ਼ੁਰੂ ਦੇ ਪ੍ਰੋਸੈਸ ਹੈ ਉਹਦੇ ਵਿੱਚ ਐਲਕੋਹਲ ਇਨਫਿਊਜ਼ ਨਹੀਂ ਹੋਇਆ ਹੁੰਦਾ ਜਾਂ ਐਲਕੋਹਲ ਨਹੀਂ ਹੁੰਦਾ ਹਲੇ। ਸੋ ਮਗਰ ਇਹ ਹੈਗਾ ਕਿ ਉਹ ਵਾਈਨਸ ਤੋਂ ਤੋੜ ਕੇ ਗ੍ਰੇਪਸ ਨੂੰ, ਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਇੱਕ ਵੱਡਾ ਜਿਹਾ ਵੈਸਲ ਜਿਹਾ ਹੁੰਦਾ, ਫਿਰ ਉਹਦੇ ਵਿੱਚ ਪਾ ਕੇ ਐਂਡ ਦੈਨ ਯੂ ਗੈਟ ਇਨਟੂ ਦੈਟ
ਤੇ ਫਿਰ ਤੁਸੀਂ ਗ੍ਰੇਪ ਸਟੰਪਿੰਗ ਜਿਹਨੂੰ ਕਹਿੰਦੇ ਜਾਂ ਕ੍ਰਸ਼ਿੰਗ ਕਹਿੰਦੇ ਉਹ ਕਰਦੇ ਆ। ਸੋ ਹਾਂਜੀ ਵਾਈਨ ਜਿਹੜੀ ਹੈ ਜਾਰਜੀਆ ਦੇ ਵਿੱਚ ਬਹੁਤ ਮਸ਼ਹੂਰ ਹੈ। Okay. मतलब कि चलो जी हुण आपां कह सकदे कि आपां जार्जिया ते आर्मेनिया ते जाना ही जाना है just because of wine tasting. Yeah. So बहुत सारी opportunities होंदी है हाँ जी wine tasting वास्ते भी बहुत opportunities होंदी है. So जार्जिया दा landscape किद्दां सानू उत्थे की देखण नू मिलेगा? Everything is very beautiful. You know जिद्दां मैं vineyards दी गल कीती जिथे ਅਸੀਂ land ਹੁੰਦੇ ਆ ਤਬਲੀਸੀ कैपिटल सिटी हैगी है. To be you know honest रीमा जी काफी सारी मूवीज ਦੀ ਸ਼ੂਟਿੰਗ ਬਾਲੀਵੁੱਡ ਮੂਵੀਜ਼ ਦੀ ਸ਼ੂਟਿੰਗ ਵੀ ਤਬਲੀਸੀ ਵਿੱਚ ਜਾਰਜੀਆ ਵਿੱਚ ਹੋਈ ਹੈ। ਓਕੇ ਜੀ ਸੋ ਲੈਂਡਸਕੇਪ ਉੱਤੇ ਸਭ ਕੁਝ ਹੀ ਹੈ, ਉੱਤੇ ਪਹਾੜ ਵੀ ਹੈਗੇ ਆ, ਉੱਤੇ ਵਿਨਯਾਰਡਸ ਵੀ ਹੈਗੇ ਆ, ਵਾਈਨਯਾਰਡਸ ਵੀ ਹੈਗੇ ਆ ਐਂਡ ਕਾਫੀ ਖੂਬਸੂਰਤ ਹੈ। ਸੋ ਜਦੋਂ ਤੁਸੀਂ ਉੱਥੇ ਜਾਓਗੇ ਤਾਂ ਤੁਸੀਂ ਜਦੋਂ ਦੇਖੋਗੇ ਇਟਸ ਵੈਰੀ ਯੂ نو ਜਿੱਥੇ ਵੀ ਤੁਸੀਂ ਜਾਓਗੇ ਤੁਹਾਡਾ ਫੋਟੋ ਲੈਣ ਦਾ ਦਿਲ ਕਰੇਗਾ। ਹਾਂ ਮੈਂ ਤਾਂ ਪਹਿਲਾਂ ਹੀ ਤਿਆਰ ਹੁੰਦੀ ਹਮੇਸ਼ਾ ਐਂਡ ਇਵਨ ਜਿਹੜੀ ਕੈਪੀਟਲ ਤਬਲੀਸੀ ਉਹ ਪਹਾੜਾਂ ਦੇ ਵਿੱਚ ਹੀ ਹੈ। ਸੋ ਅਸੀਂ ਕੇਬਲ ਕਾਰ ਲੈ ਕੇ ਵੀ ਯੂ نو ਵੀ ਗੋ ਔਨ ਟੌਪ ਆਫ ਦ ਮਾਊਂਟੇਨ ਐਂਡ ਉੱਥੇ ਕਾਫੀ ਸਾਰੇ ਉਹਨਾਂ ਦੇ ਚਰਚਸ ਹੈ, ਮੋਨੈਸਟਰੀਜ਼ ਹੈ। ਐਕਚੁਅਲੀ ਇਟਸ ਨਾਟ ਅਬਾਊਟ ਚਰਚ ਐਂਡ ਇਟਸ ਅਬਾਊਟ ਯੂ نو ਵੇਅਰ ਦੇ ਆਰ। ਉਹ ਜਿਹੜੀ ਜਗ੍ਹਾਵਾਂ ਤੇ ਬਣੇ ਹੋਏ ਨਾ ਇਜ਼ ਅਮੇਜ਼ਿੰਗ, amazingly beautiful. Yeah. So ਉੱਥੇ ਦਾ views natural beauty ਬਹੁਤ ਹੈ ਉੱਥੇ. Okay, naturally is very beautiful. ਤਬਲੀਸੀ ਦੇ ਵਿੱਚ ਜਾ ਕੇ ਸਾਨੂੰ ਖਾਣ ਪੀਣ ਦਾ ਕੀ ਸਿਸਟਮ ਹੋਏਗਾ, ਮਤਲਬ ਉੱਥੇ ਦਾ ਕਿੱਦਾਂ ਦਾ ਖਾਣਾ ਹੈ ਔਰ ਇੰਡੀਅਨ ਖਾਣਾ ਮਿਲੇਗਾ ਕਿ ਨਹੀਂ ਮਿਲੇਗਾ? ਸੋ ਅਸੀਂ ਨਾ ਦੋਨੋਂ ਚੀਜ਼ਾਂ ਮਿਕਸ ਐਂਡ ਮੈਚ ਕਰਦੇ ਹਾਂ। ਜ਼ਿਆਦਾ ਮੈਂ ਟਰਾਈ ਕਰਦਾ ਕਿ ਤੁਹਾਨੂੰ ਯੂ نو ਲੋਕਲ ਫੂਡ ਅਸੀਂ ਟਰਾਈ ਕਰਵਾ ਸਕੀਏ। ਜਿੱਦਾਂ ਉਹਨਾਂ ਦੇ ਇੱਕ ਕੱਚਾ ਪੂਰੀ ਹੁੰਦੀ ਹੈ ਉਹ ਬੜੇ ਵਧੀਆ ਹੁੰਦੀ ਹੈ, ਬਟ ਇੱਕ ਉਹਨਾਂ ਦੇ ਡੰਪਲਿੰਗਸ ਹੁੰਦੇ ਆ ਉਹ ਵੀ ਬੜੇ ਵਧੀਆ ਹੁੰਦੇ ਆ। ਸੋ ਉਹ ਲੋਕਲ ਫੂਡ ਤੇ ਅਸੀਂ ਕਾਫੀ ਜ਼ਿਆਦਾ ਟਰਾਈ ਕਰਦੇ, ਮਗਰ ਜ਼ਿਆਦਾ ਰੈਸਟੋਰੈਂਟ ਮੈਂ ਲੋਕਲ ਹੀ ਯੂਜ਼ ਕਰਦਾ ਐਂਡ ਇੰਡੀਅਨ ਰੈਸਟੋਰੈਂਟ ਵੀ ਹੁੰਦੇ ਆ। ਸੋ ਵੀ ਡੂ ਮਿਕਸ ਐਂਡ ਮੈਚ। ਤੇ ਅਸੀਂ ਏਦਾਂ ਕਰਦੇ ਆ ਜਿੱਦਾਂ 2 ਜਾਰਜੀਅਨ ਮੀਲ ਫਿਰ ਇੱਕ ਇੰਡੀਅਨ ਮੀਲ ਕਰ ਲਿਆ, ਫਿਰ ਉਸ ਤੋਂ ਬਾਅਦ 2-3 ਜਾਰਜੀਅਨ ਮੀਲ ਫਿਰ ਇੱਕ ਇੰਡੀਅਨ ਮੀਲ ਕਰ ਲਿਆ, ਤਾਂ ਕਰਕੇ ਫਿਰ ਤਸੱਲੀ ਹੋ ਜਾਂਦੀ ਹੈ ਕਿ ਅਸੀਂ ਖਾ ਲਿਆ ਇੰਡੀਅਨ। ਜੀ ਚਲੋ ਇਹ ਵੀ ਜ਼ਰੂਰੀ ਹੈ। ਐਂਡ ਫਿਰ ਖਾਣ ਦੇ ਨਾਲ ਵਾਈਨ ਤਾਂ ਆਮ ਸ਼ੋਰ ਕਿ ਤੁਸੀਂ ਟੇਸਟ ਕਰਵਾਓਗੇ ਜਾਂ ਉਹ ਸਾਨੂੰ ਆਪ ਲੈ ਕੇ ਕਰਨੀ ਪਏਗੀ? ਅਸੀਂ ਐਕਚੁਅਲੀ ਵਿਨਯਾਰਡਸ ਜਾਂਦੇ ਹੈਗੇ ਜਿੱਥੇ ਵਾਈਨ ਟੇਸਟਿੰਗ ਐਂਡ ਵਾਈਨ ਟੇਸਟਿੰਗ ਇਜ਼ ਐਕਚੁਅਲੀ ਇਨਕਲੂਡਡ। ਸੋ ਜੋ ਤੁਹਾਡੀ ਮਰਜ਼ੀ ਹੈ, ਜਿਹੜੇ ਤੇ ਵਾਈਨ ਪੀਂਦੇ ਆ ਉਹ ਵਾਈਨ ਟੇਸਟਿੰਗ ਜਾ ਸਕਦੇ ਆ, ਜਿਹੜੇ ਨਹੀਂ ਪੀਂਦੇ ਹੈਗੇ ਜਾਂ ਹੋਵੇ, ਮਗਰ ਉਹਦੇ ਵਿੱਚ ਜਿਹੜੀ ਵਾਈਨ ਦੀ ਪ੍ਰੋਸੈਸ ਹੈ ਨਾ ਉਹ ਦੇਖ ਸਕਦੇ ਆ ਐਂਡ ਇਟਸ ਵੈਰੀ ਇੰਟਰਸਟਿੰਗ ਕਿ ਐਕਚੁਅਲੀ ਵਾਈਨ ਕਿਉਂਕਿ ਹਜ਼ਾਰਾਂ ਸਾਲ ਪੁਰਾਣੀ ਪ੍ਰੋਸੈਸ ਹੈ ਵਾਈਨ ਬਣਾਉਣ ਦੀ। ਤੇ ਐਕਚੁਅਲੀ ਇਹ ਬੰਦੀ ਕਿੱਦਾਂ ਹੈ ਅੰਗੂਰ ਤੋਂ ਕਿੱਦਾਂ ਵਾਈਨ ਦੇ ਵਿੱਚ ਚੇਂਜ ਹੁੰਦੀ ਹੈ is very interesting. ਔਰ ਚਲੋ ਜੀ ਅਸੀਂ ਹੁਣ ਵਾਈਨ ਟੇਸਟਿੰਗ ਤਾਂ ਕਰ ਹੀ ਲਈ ਆ, ਹੁਣ ਅਸੀਂ ਥੋੜੇ ਖਾਣ ਪੀਣ ਬਾਰੇ ਵੀ ਪੁੱਛਿਆ ਜਾਵੇ ਤੇ ਜੀ ਉੱਥੇ ਦੀ ਕਿਹੜੀਆਂ ਮਾਸਟਰ ਕਲਾਸਿਸ ਵੀ ਹੁੰਦੀਆਂ? ਮੈਂ ਹੁਣੀ ਗੱਲ ਕਰ ਰਹੀ ਸੀ ਤੇ ਤੁਸੀਂ ਮੈਂਸ਼ਨ ਕਰ ਰਹੇ ਸੀ, ਸਾਨੂੰ ਦੱਸੋ ਕਿ ਕਿਹੜੇ ਤਰੀਕੇ ਦੀ ਮਾਸਟਰ ਕਲਾਸ ਤੁਸੀਂ ਕਰਵਾਉਂਦੇ ਆ? ਜੀ ਬਿਲਕੁਲ। ਸੋ ਹੁਣ ਜਿੱਦਾਂ ਫॉर ਐਗਜ਼ਾਮਪਲ ਅਸੀਂ ਵਾਈਨ ਟੇਸਟਿੰਗ ਦੀ ਗੱਲ ਕਰ ਰਹੇ ਹਾਂ ਜਾਂ ਵਾਈਨ ਬਣਾਉਣ ਦੀ ਗੱਲ ਕਰ ਰਹੇ ਹਾਂ, ਸੋ ਵੀ ਹੈਵ ਟੂ ਯੂ نو ਹੈਵ ਸਮਥਿੰਗ ਫॉर एवरीवन ਕਿ ਅਗਰ ਜੋ ਕੋਈ ਵਾਈਨ ਦੀ ਪ੍ਰੋਸੈਸ ਦੇ ਵਿੱਚ ਇੰਟਰਸਟਿਡ ਨਹੀਂ ਹੈ ਤੇ ਉਹਨਾਂ ਵਾਸਤੇ ਅਸੀਂ ਕੀ। ਸੋ ਜਦੋਂ ਮੈਂ ਟ੍ਰਿਪਸ ਪਲਾਨ ਕਰ ਰਿਹਾ ਸੀਗਾ, ਸੋ ਮੈਂ ਦੋਨਾਂ ਦੇ ਨਾਲ ਆਪਣੀ ਆਰਮੀਨੀਆ ਦੀ ਟੀਮ ਤੇ ਜਾਰਜੀਆ ਦੀ ਟੀਮ ਉਹਨਾਂ ਨਾਲ ਗੱਲ ਕੀਤੀ ਤੇ ਮੈਂ ਉਹਨਾਂ ਨੂੰ ਇਹ ਕਿਹਾ ਵੀ ਚੀਜ਼ ਦੱਸੀ ਕਿ ਸਾਡਾ ਜਿਹੜਾ ਗਰੁੱਪ ਹੈ ਉਹ ਬੜਾ ਸਪਲਿਟ ਹੁੰਦਾ ਹੈ 50-50 ਕਿ ਜੋ ਲੋਕ ਕੁਝ ਲੋਕ ਹੈ ਜੋ ਐਲਕੋਹਲ ਪੀਂਦੇ, ਕੁਝ ਲੋਕ ਹੈ ਜੋ ਬਿਲਕੁਲ ਵੀ ਨਹੀਂ ਪੀਂਦੇ ਐਂਡ ਦੇ ਡੋਨਟ ਇਵਨ ਲਾਈਕ sometimes you know to go in. So ਫਿਰ ਉਹਨਾਂ ਨੇ ਸੁਜੈਸਟ ਕੀਤਾ ਕਿਉਂਕਿ ਨਾ ਉੱਥੇ ਮਾਸਟਰ ਕਲਾਸਿਸ ਹੁੰਦੇ ਜਿੱਥੇ ਉਹਨਾਂ ਦੀ ਲੋਕਲ ਜਿਹੜੀ ਬ੍ਰੈਡ ਹੈਗੀ ਆ, ਸੋ ਉਹ ਬ੍ਰੈਡ ਬਣਾਣੀ ਦਿਖਾਉਂਦੇ ਹੈਗੇ। ਇੱਕ ਉਹਨਾਂ ਦੀ ਨਾ ਲੋਕਲ ਸਵੀਟ ਹੁੰਦੀ ਹੈ ਜਿਹੜੀ ਕਿ ਬਣਦੀ ਹੈਗੀ ਆ ਡਰਾਈ ਫਰੂਟ ਤੋਂ। ਸੋ ਡਰਾਈ ਫਰੂਟ ਦੇ ਉੱਤੇ ਐਕਚੁਅਲੀ ਉਹ ਨਾ ਗ੍ਰੇਪ ਦਾ ਲੇਪ ਇੱਕ ਹੁੰਦਾ ਹੈ ਉਹ ਲਗਾਉਂਦੇ ਹੈਗੇ ਆ। ਸੋ ਉਹਨੂੰ ਗਰਮ ਕਰਕੇ ਲਗਾਉਂਦੇ, ਫਿਰ ਉਹਨੂੰ ਡਰਾਈ ਆਊਟ ਕਰਦੇ ਆ ਤੇ ਉਹ ਵੀ ਬੜੀ ਵਧੀਆ ਹੁੰਦੀ ਹੈ। ਸੋ ਉਹ ਸਾਰੀ ਉਹਨਾਂ ਦੀ ਲੋਕਲ ਚੀਜ਼ਾਂ ਬਣਾਉਣੀਆਂ ਤੇ ਉਹ ਉੱਥੇ ਦੇ ਸ਼ੈਫ ਹੁੰਦੇ ਆ ਜਿਹੜੇ ਕਿ ਸਾਡੇ ਗਰੁੱਪ ਨੂੰ ਪਹਿਲੇ ਦੱਸਦੇ ਆ ਕਿ ਕਿੱਦਾਂ ਬਣਾਉਣੀ ਹੈ ਐਂਡ ਦੈਨ ਜਿਹੜੇ ਸਾਡੇ ਗਰੁੱਪ ਦੇ ਨਾਲ ਲੋਕ ਗਏ ਹੁੰਦੇ ਉਹ ਆਪ ਵੀ ਬਣਾ ਕੇ ਦੇਖਦੇ ਆ। ਐਂਡ ਇਟਸ ਵੈਰੀ ਇੰਟਰਸਟਿੰਗ। ਕੁਝ ਅਸੀਂ ਤਿਬਲਿਸ ਵਿੱਚ ਕਰੀਦਾ ਹੈ ਜਾਂ ਫਿਰ ਤਿਬਲਿਸ ਤੋਂ ਨਹੀਂ ਅਲੱਗ-ਅਲੱਗ ਹੈ, ਕੁਝ ਤਬਲੀਸੀ ਵਿੱਚ ਕਰਦੇ ਆ ਤੇ ਕੁਝ ਕਾਖੇਤੀ ਰੀਜਨ ਹੈਗੀ ਆ ਉੱਥੇ ਕਰਦੇ ਹੈਗੇ ਆ, ਕੁਛ ਅਸੀਂ ਯੂ نو ਸ਼ੈਟੂਸ ਦੇ ਵਿੱਚ ਜਾਂਦੇ ਹੈਗੇ ਆ ਤੇ ਵੈਰੀ ਬਿਊਟੀਫੁਲ ਉੱਥੇ ਅਸੀਂ ਕਰਦੇ ਹੈਗੇ ਆ। ਸੋ ਡਿਪੈਂਡ ਕਰਦਾ ਕਿ ਅਸੀਂ ਦਿਨ ਤੇ ਕਿਹੜੀ ਜਗ੍ਹਾ ਹਾਂ ਤੇ ਉਹਦੇ ਤੇ ਐਕਟੀਵਿਟੀ ਡਿਪੈਂਡ ਕਰਦੀ ਕਿ ਐਕਟੀਵਿਟੀ ਕਿਹੜੀ ਅਸੀਂ ਕਰ ਰਹੇ ਹੈਗੇ ਆ। ਸੋ ਹੁਣੀ ਤੁਸੀਂ ਮੈਂਸ਼ਨ ਕੀਤਾ ਹੈ ਤਾਂ ਤਬਲੀਸੀ ਤੋਂ ਬਾਅਦ ਫਿਰ ਅਸੀਂ ਇਹ ਸਾਰੀ ਜਗ੍ਹਾ ਵੀ ਘੁੰਮਣ ਜਾਣਾ। ਹਾਂਜੀ। ਸੋ ਤਬਲੀਸੀ ਵਿੱਚ ਐਕਚੁਅਲੀ ਤਬਲੀਸੀ ਵਿੱਚ ਅਸੀਂ ਬੇਸ ਆਪਣਾ ਕਰਕੇ ਸੋ ਅਸੀਂ ਰਹਿੰਦੇ 2 ਹੀ ਜਗ੍ਹਾ, ਇੱਕ ਤਬਲੀਸੀ ਔਰ ਇੱਕ ਕਾਖੇਤੀ। ਮਗਰ ਤਬਲੀਸੀ ਵਿੱਚ ਬੇਸ ਕਰਕੇ ਆਪਣਾ ਤੇ ਉੱਥੋਂ ਅਸੀਂ ਕਾਫੀ ਚੀਜ਼ਾਂ ਕਵਰ ਕਰ ਸਕਦੇ ਹੈਗੇ ਆ ਜਾਰਜੀਆ ਦੀ।
Okay. जी So as you mentioned कि जॉर्जिया ਤੇ आर्मेनिया it's neighboring countries. हाँ जी So which कितना travel करीदा है मतलब जॉर्जिया तो आर्मेनिया by coach by train कितना ਵੈਰੀ जाता है? ਇੰਟਰਸਟਿੰਗ ਕੁਐਸਚਨ ਸੋ ਅਸੀਂ ਜਦੋਂ ਜਾਰਜੀਆ ਤੋਂ ਅਰਮੀਨੀਆ ਜਾਂਦੇ ਹਾਂ ਅਸੀਂ ਬਾਰਡਰ ਬਾਈ ਫੁੱਟ ਕ੍ਰਾਸ ਕਰਦੇ ਜਿੱਦਾਂ ਅੱਛਾ। ਅਸੀਂ ਜਦੋਂ ਇੰਡੀਆ ਤੋਂ ਪਾਕਿਸਤਾਨ ਜਾਂਦੇ ਪਾਕਿਸਤਾਨ ਤੋਂ ਇੰਡੀਆ ਨਾ ਵਾਗਾ ਬਾਰਡਰ ਹੈਗਾ हाँ जी. ਉਦਾਂ ਹੀ ਮਗਰ ਜਾਰਜੀਆ ਅਰਮੀਨੀਆ ਵੈਰੀ ਫ੍ਰੈਂਡਲੀ ਕੰਟਰੀਜ਼ ਵਿਦ ਈਚ ਅਦਰ ਸੋ ਅਸੀਂ ਪੈਦਲ ਹੀ ਸੋ ਸਾਡੀ ਜਿਹੜੀ ਜਾਰਜੀਅਨ ਕੋਚ ਹੈ ਉਹ ਸਾਨੂੰ ਬਾਰਡਰ ਤੱਕ ਛੱਡ ਦਿੰਦੀ ਹੈ ਐਂਡ ਦੈਨ ਅਸੀਂ ਉਤਰ ਕੇ ਪਹਿਲੇ ਅਸੀਂ ਐਗਜ਼ਿਟ ਇਮੀਗ੍ਰੇਸ਼ਨ ਕਰਦੇ ਹਾਂ ਜਾਰਜੀਆ ਫਿਰ ਅਸੀਂ ਇਮੀਗ੍ਰੇਸ਼ਨ ਕਰਦੇ ਹਾਂ ਅਰਮੀਨੀਆ ਐਂਟਰ ਕਰਕੇ ਫਿਰ ਸਾਡੇ ਅਰਮੀਨੀਅਨ ਟੀਮ ਅਰਮੀਨੀਅਨ ਗਾਈਡ ਐਂਡ ਅਰਮੀਨੀਅਨ ਕੋਚ ਉੱਥੇ ਹੁੰਦੀ ਹੈ ਤੇ ਉਹ ਸਾਨੂੰ ਰਿਸੀਵ ਕਰ ਲੈਂਦੇ ਆ ਐਂਡ ਜਦੋਂ ਅਸੀਂ ਵਾਪਸ ਵੀ ਆਨੇ ਕਿਉਂਕਿ ਸਾਡੀ ਫਲਾਈਟ ਜਿਹੜੀ ਉਹ ਜਾਰਜੀਆ ਤੋਂ ਹੀ ਹੁੰਦੀ ਹੈ ਐਂਡ ਰਿਟਰਨ ਵੀ ਅਸੀਂ ਜਾਰਜੀਆ ਤੋਂ ਹੀ ਕਰਦੇ ਆ ਤੇ ਅਸੀਂ ਵਾਪਸ ਵੀ ਔਨ ਫੁੱਟ ਜਿਹੜਾ ਹੈ 2 ਵਾਰੀ ਸਟੈਂਪ ਲੱਗਦੇ ਤੁਹਾਡੇ ਪਾਸਪੋਰਟ ਠੀਕ ਆ Armenia is the first nation of Christianity to right? adopt Christianity. So Armenia ਦੀ ਜਿਹੜੀ ਹਿਸਟਰੀ ਹੈ ਨਾ Christianity ਇਹ ਦੋਨੋਂ ਹੀ ਕੰਟਰੀਜ਼ ਇੰਟਰਸਟਿੰਗਲੀ Christian countries ਹੈਗੀਆਂ and ਪੂਰੀ Christian countries ਹੈਗੀਆਂ they do have other religions as well ਕੁਝ Muslim population ਵੀ ਹੈ ਮਗਰ ਬਹੁਤ ਹੀ ਘੱਟ ਹੈਗੀ ਹੈ ਤਾਂ ਹੀ ਕਰਕੇ ਤੁਸੀਂ ਦੇਖੋਗੇ ਕਿ ਉੱਥੇ ਕਾਫੀ ਸਾਰੀ ਔਰ ਹਜ਼ਾਰਾਂ ਸਾਲ ਪੁਰਾਣੇ ਉੱਥੇ ਚਰਚਸ ਹੈਗੇ ਆ ਮੋਨੈਸਟਰੀਜ਼ ਹੈਗੇ ਆ ਤੇ ਉੱਥੇ ਦੇ ਟ੍ਰੈਡੀਸ਼ਨਸ ਵੀ ਥੋੜੇ ਜਿਹੇ ਡਿਫਰੈਂਟ ਹੈ ਸੋ ਮੈਂ ਇਹ ਕਹਿਣਾ ਕਿ ਅਸੀਂ ਜਦੋਂ ਦੂਸਰੀ ਹੁਣ ਅਸੀਂ ਜਿਹੜਾ ਰਿਲੀਜਨ ਫੋਲੋ ਕਰਦੇ ਆ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਮਗਰ ਸਾਨੂੰ ਦੂਸਰੇ ਰਿਲੀਜਨਸ ਬਾਰੇ ਵੀ ਦੇਖਣਾ ਚਾਹੀਦਾ ਹੈ ਜਾਣਕਾਰੀ ਰੱਖਣੀ ਚਾਹੀਦੀ ਜਾਨਣਾ ਚਾਹੀਦਾ ਕਿ ਐਕਚੁਅਲੀ ਇੰਟਰਸਟਿੰਗਲੀ ਉਹ ਕੀ ਕਰਦੇ ਆ ਰਾਈਟ ਸੋ ਜਦੋਂ ਤੁਸੀਂ ਜਾਣਦੇ ਹੋ ਦੇਖਦੇ ਹੋ ਯੂ ਗੈਟ ਵੈਰੀ ਇੰਟਰਸਟਿਡ ਕਿ ਐਕਚੁਅਲੀ ਇਹ ਸਾਰੀ ਚੀਜ਼ਾਂ ਵੀ ਹੁੰਦੀਆਂ ਹੈਗੀਆਂ ਸੋ ਜਦੋਂ ਤੁਸੀਂ ਉੱਥੇ ਜਾਓਗੇ ਹਾਂ ਪੂਰੀ ਹਿਸਟਰੀ ਬਾਰੇ ਦੱਸਿਆ ਜਾਏਗਾ ਐਂਡ ਦੋਨੋਂ ਕੰਟਰੀਜ਼ ਜਿਹੜੀ ਹੈਗੀ ਉਹ ਕ੍ਰਿਸਚੀਅਨਿਟੀ ਹੀ ਫੋਲੋ ਕਰਦੀ ਹੈ That's great. So Armenia ਦਾ ਲੈਂਡਸਕੇਪ ਕਿਦਾਂ ਉਹ ਵੀ ਜਾਰਜੀਆ ਵਾਂਗੂ ਹੀ So as soon as we enter Armenia ਪਹਿਲੇ ਇੱਕ ਜਗ੍ਹਾ ਠਹਿਰਦੇ ਜਿਹਦਾ ਨਾਮ ਦਿਲੀਜਾਨ ਦਿਲੀਜਾਨ ਉਹਦੇ ਵਿੱਚ ਵੀ ਬੜੀ ਇੰਟਰਸਟਿੰਗ ਕਹਾਣੀ ਹੈ ਸੋ ਉਸ ਕੰਟਰੀ ਦੇ ਵਿੱਚ ਵੀ ਨਾ ਜੋ ਤੁਹਾਨੂੰ ਪਿਆਰਾ ਹੈ ਨਾ ਉਹਨੂੰ ਜਾਨ ਕਹਿ ਕੇ ਬੁਲਾਉਂਦੇ ਆ ਸਾਰਿਆਂ ਨੂੰ ਉਹ ਜਾਨ ਕਹਿੰਦੇ ਜਿੱਦਾਂ ਰੀਮਾ ਜਾਨ ਰਾਈਟ ਸੋ ਜਿਹਦਾ ਵੀ ਜੋ ਵੀ ਨਾਮ ਹੈ ਜਿਹੜੇ ਸਾਡੇ ਉੱਤੇ ਗਾਈਡ ਉਹਦਾ ਨਾਮ ਮਾਨੇ ਜਾਨ ਸੋ ਐਂਡ ਸੇਮ ਲਾਈਕ ਬ੍ਰਦਰ ਸਿਸਟਰ ਹਸਬੈਂਡ ਵਾਈਫ ਮਦਰ ਫਾਦਰ ਜੋ ਵੀ ਤੁਹਾਨੂੰ ਪਿਆਰਾ ਹੈ ਉਹਦੇ ਪਿੱਛੇ ਜਾਨ ਲਗਾਉਂਦੇ ਸੋ ਦਿੱਲੀ ਜਾਨ ਜਿਹੜੀ ਹੈ ਉਹ ਜਗ੍ਹਾ ਦਾ ਨਾਮ ਹੈ ਐਂਡ ਐਜ਼ ਸੂਨ ਐਜ਼ ਵੀ ਐਂਟਰ ਅਰਮੀਨੀਆ ਤੇ ਐਂਟਰ ਕਰਦੇ ਹੀ ਤੁਸੀਂ ਲੈਂਡਸਕੇਪ ਬਹੁਤ ਹੀ ਖੂਬਸੂਰਤ ਹੈ ਐਂਡ ਜਿਹੜੀ ਸਾਡੀ ਡਰਾਈਵ ਹੈ ਨਾ ਉਹ ਵੀ ਪਹਾੜਾਂ ਦੇ ਵਿੱਚ ਹੈ ਤੇ ਪਹਾੜ ਵੀ ਜਦੋਂ ਅਸੀਂ ਦਿੱਲੀ ਜਾਨ ਪਹੁੰਚਦੇ ਆ ਨਾ 3 ਤਰੀਕੇ ਦੇ ਲੈਂਡਸਕੇਪ देयर आर ग्रीन हिल्स and then ਜਿਹੜੇ hills ਹੈ ਉਹ green ਨਹੀਂ ਹੈਗੇ ਜਿੱਥੇ ਪੇੜ ਨਹੀਂ ਹੈਗੇ ਸੋ 2-3 landscapes change ਹੋ ਜਾਂਦੇ ਹੈ and it's so beautiful just in Dilijan just one drive from border to Dilijan ਤੇ ਕਾਫੀ ਲੋਕ ਜਿਹੜੇ ਜਿੱਦਾਂ ਹੀ ਐਂਟਰ ਹੁੰਦੇ ਇਸ ਵਾਰੀ ਵੀ ਮੇਰਾ ਐਕਸਪੀਰੀਅੰਸ ਆਇਆ ਸੀਗਾ and then everyone start saying it's so beautiful the landscape is amazing no I can imagine landscape ਦੇ ਨਾਲ ਮੈਨੂੰ ਲੱਗ ਰਿਹਾ ਉੱਥੇ ਦੇ ਲੋਕੀ ਵੀ ਬੜੇ ਪਿਆਰੇ ਹੋਣਗੇ ਬਿਕਾਜ਼ ਆ ਜਿਹੜੀ ਭਾਸ਼ਾ ਅਸੀਂ ਪਹਿਲਾਂ ਹੀ ਕਿਸੇ ਨੂੰ ਜਾਨ ਬਣਾ ਲਿਆ ਆਪਣੀ ਤਾਂ ਫਿਰ ਉਹਦੇ ਨਾਲ ਲੜਾਈ ਕਰਨ ਦਾ ਕੋਈ ਮਤਲਬ ਹੀ ਨਹੀਂ ਹੈਗਾ ਸੋ ਆਮ ਸ਼ੋਰ ਕਿ ਉੱਥੇ ਦੀ ਹਸਪਿਟੈਲਿਟੀ ਜਿਹੜੀ ਆ ਇਟ ਮਸਟ ਬੀ ਗ੍ਰੇਟ ਐਸ ਵੈਲ ਹਸਪਿਟੈਲਿਟੀ ਇਜ਼ ਵੈਰੀ ਨਾਈਸ ਪੀਪਲ ਆਰ ਵੈਰੀ ਨਾਈਸ ਵੈਰੀ ਵੈਲਕਮਿੰਗ I mean ਸਾਡੇ ਗਰੁੱਪ ਦੇ ਵਿੱਚ ਸਾਨੂੰ ਕਦੀ ਕੋਈ ਪ੍ਰੋਬਲਮ ਨਹੀਂ ਹੋਈ ਐਂਡ ਇਵਨ ਮੈਂ ਵੀ ਉੱਥੇ ਆਈ ਬੀਨ देयर 3 times myself ਤੇ ਐਂਡ ਜਦੋਂ ਵੀ ਮੈਂ ਗਿਆ ਸਾਰਿਆਂ ਨੇ ਬੜੇ ਪਿਆਰ ਦੇ ਨਾਲ ਚਾਹੇ ਉੱਥੇ ਮੇਰੇ ਜਿਹੜੇ ਸਾਡੇ ਕਾਊਂਟਰ ਪਾਰਟ ਹੈ ਸਾਡੇ ਟੀਮਸ ਹੈ ਜਿਨ੍ਹਾਂ ਨੂੰ ਪਹਿਲੇ ਮੈਂ ਨਹੀਂ ਵੀ ਜਾਣਦਾ ਸੀਗਾ ਸੋ ਆਲਦੋ ਠੀਕ ਹੈ ਸਾਡਾ ਬਿਜ਼ਨਸ ਹੈ ਬਟ ਸਟਿਲ they very warm hearted people very warm very ਹਸਪਿਟੈਲਿਟੀ ਉਹਨਾਂ ਵਾਸਤੇ ਜਿਹੜਾ ਹੈ ਨਾ ਕਿ ਉਹਨਾਂ ਨੂੰ ਇਹ ਹੈਗਾ ਕਿਉਂਕਿ ਉਹਨਾਂ ਕੰਟਰੀਜ਼ ਦੇ ਵਿੱਚ ਏਦਾਂ ਰੀਮਾ ਹਲੇ ਨਾ ਜ਼ਿਆਦਾ ਬਲਕ ਵਿੱਚ ਟੂਰਿਸਟ ਨਹੀਂ ਜਾ ਰਹੇ ਠੀਕ ਹੈ ਸੋ ਸਟਿਲ ਯੂ ਗੈਟ ਦੈਟ ਕੁਆਲਿਟੀ ਐਂਡ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਮਹਿਮਾਨ ਆਏ ਤੇ ਸਾਨੂੰ ਇਹਨਾਂ ਵਾਸਤੇ ਕਰਨਾ ਚਾਹੀਦਾ ਵਧੀਆ ਜੋ ਵੀ ਕਰਨਾ ਚਾਹੀਦਾ ਸਾਨੂੰ ਹੁਣੀ ਪਤਾ ਲੱਗਾ ਹੈ ਕਿ ਉੱਥੇ ਦਾ ਲੈਂਡਸਕੇਪ ਬੜਾ ਅੱਛਾ ਹੈ ਔਰ ਦਿੱਲੀ ਜਾਨ ਕਿੰਨਾ ਪਿਆਰਾ ਹੈ ਸੋ ਹੋਰ ਕੀ ਸਪੈਸ਼ਲਿਟੀ ਆ ਅਰਮੀਨੀਆ ਦੀ ਦਿੱਲੀ ਜਾਨ ਤੋਂ ਬਾਅਦ ਅਸੀਂ ਕਿੱਥੇ ਜਾਂਦੇ ਆ ਸੋ ਦਿੱਲੀ ਜਾਨ ਅਸੀਂ ਇੱਕ ਰਾਤ ਠਹਿਰਦੇ ਆ ਐਂਡ ਉਸ ਤੋਂ ਬਾਅਦ ਅਸੀਂ ਜਾਂਦੇ ਆ ਜਿਹੜੀ ਉਹਨਾਂ ਦੀ ਕੈਪੀਟਲ ਹੈ ਯਰੇਵਾਨ ਯਰੇਵਾਨ ਇਜ਼ ਅ ਵੈਰੀ ਫੇਮਸ ਸਿਟੀ ਤੇ ਐਂਡ ਉੱਥੇ ਨਾ ਦੋਨੋਂ ਹੀ ਸਿਟੀ ਚਾਹੇ ਅਸੀਂ ਤਬਲੀਸੀ ਦੇਖੀਏ ਚਾਹੇ ਯਰੇਵਾਨ ਦੇਖੀਏ ਦੇ ਵੈਰੀ ਮਾਡਰਨ ਬਹੁਤ ਹੀ ਮਾਡਰਨ ਹੈ
ਸੋ ਕੁਝ ਤੁਹਾਨੂੰ ਸੋਵੀਅਤ ਏਰੀਆ ਦੀ ਬਿਲਡਿੰਗ ਵੀ ਮਿਲਦੀ ਹੈ ਮਗਰ ਕੁਝ ਬਿਲਡਿੰਗਸ ਤੁਹਾਨੂੰ ਬੜੀ ਮਾਡਰਨ ਵੀ ਉੱਥੇ ਮਿਲਦੀਆਂ ਹੈਗੀਆਂ ਐਂਡ ਇਟਸ ਸੱਚ ਅ ਬਿਜ਼ੀ ਸਿਟੀ ਤੁਸੀਂ ਜਿੱਥੇ ਵੀ ਜਾਓਗੇ ਜਦੋਂ ਹਾਲਾਂਕਿ ਛੋਟੀ ਜਿਹੀ ਸਿਟੀ ਹੈ ਮਗਰ ਇਟਸ ਆਲਵੇਜ਼ ਵੈਰੀ ਕਰਾਊਡਡ ਐਂਡ ਉਹਨਾਂ ਦਾ ਟਾਊਨ ਸੈਂਟਰ ਬਹੁਤ ਅੱਛਾ ਹੈ ਬਹੁਤ ਖੂਬਸੂਰਤ ਹੈ ਤੇ ਇੱਕ ਨਾ ਉਹਨਾਂ ਦੀ ਕੰਟਰੀਜ਼ ਦੀ ਇਹ ਗੱਲ ਹੈਗੀ ਹੈ ਕਿ ਤੁਸੀਂ ਜਦੋਂ ਵੀ ਲੋਕਾਂ ਨੂੰ ਦੇਖੋਗੇ ਨਾ ਉਹ ਦੇ ਆਰ ਆਲਵੇਜ਼ ਵੈਰੀ ਸਮਾਰਟਲੀ ਡਰੈਸਡ ਵੈਰੀ ਸਮਾਰਟਲੀ ਡਰੈਸਡ ਤੇ ਕੋਈ ਵੀ ਐਦਾਂ ਨਹੀਂ ਤੁਸੀਂ ਦੇਖੋਗੇ ਕਿ ਕੱਪੜੇ ਐਦਾਂ ਪਾਏ ਹੋਣ ਕਿ ਉਹਨਾਂ ਨੂੰ ਕੁਝ ਪਤਾ ਨਹੀਂ ਹੈ ਮਗਰ ਦੇ ਲਾਈਕ ਯੂ نو ਹਮੇਸ਼ਾ ਇਵਨ ਤੁਸੀਂ ਕੁੜੀਆਂ ਦੇਖ ਲਓ ਚਾਹੇ ਮੁੰਡੇ ਦੇਖ ਲਓ ਬੜੇ ਅੱਛੇ ਤਰੀਕੇ ਨਾਲ ਸਮਾਰਟਲੀ ਡਰੈਸ ਹੋ ਕੇ ਬਾਹਰ ਨਿਕਲਦੇ ਆ ਇਹ ਸਾਨੂੰ ਵੀ ਹਿੰਟ ਆ ਕਿ ਕਿਸ ਤਰ੍ਹਾਂ ਉੱਥੇ ਡਰੈਸ ਅਪ ਹੋ ਕੇ ਜਾਣਾ ਆ ਸੋ ਆਈ ਥਿੰਕ ਦੈਟਸ ਰੀਲੀ ਗ੍ਰੇਟ ਜੀ ਵੀ ਇੰਨਾ ਅੱਛਾ ਲੈਂਡਸਕੇਪ ਆ ਇੰਨੀਆਂ ਸਾਰੀਆਂ ਪਿਕਚਰਸ ਤੇ ਲੈਣੀਆਂ ਤੇ ਕੱਪੜੇ ਤਾਂ ਚਾਹੀਦੇ ਆ ਜੀ ਬਿਲਕੁਲ 100% ਐਂਡ ਬੜੇ ਸਾਰੇ ਲੋਕ ਐਂਡ ਯੂ نو ਟਰਾਈ ਵੀ ਮੈਂ ਕਰਦਾ ਕਿ ਅਸੀਂ ਯੂ نو ਐਦਾਂ ਨਾ ਕਰੀ ਕਿ ਸਵੇਰੇ ਬਾਹਰ ਜਾਈਏ ਤੇ ਸ਼ਾਮੀ ਵਾਪਸ ਆਈਏ ਕਈ ਵਾਰ ਅਸੀਂ ਬ੍ਰੇਕ ਕਰ ਲੈਂਦੇ ਆ ਸੋ ਯੂ ਕੈਨ ਹੈਵ ਚੇਂਜ ਆਫ ਕਲੋਥਸ ਸ਼ਾਮੀ ਡਿਨਰ ਤੇ ਜਾਣ ਤੋਂ ਪਹਿਲੇ ਸਮਟਾਈਮਸ ਯੂ نو ਕਈ ਲੋਕਾਂ ਨੂੰ ਸ਼ੌਕ ਹੁੰਦਾ ਦੇ ਵਾਂਟ ਟੂ ਵੇਅਰ ਡਿਨਰ ਡਰੈਸਸ ਤੇ ਉਹ ਵੈਸੇ ਵੀ ਆਪਣੇ ਕੱਪੜੇ ਕਾਫੀ ਨਾਲ ਲੈ ਕੇ ਗਏ ਹੁੰਦੇ ਆ ਤੇ ਡਿਨਰ ਡਰੈਸਸ ਪਾ ਕੇ ਡਿਨਰ ਤੇ ਜਾ ਸਕਦੇ ਆ ਉੱਥੇ ਤੇ ਨਾ restaurants भी बहुत अच्छे हैं Yerevan restaurants are very nice and the restaurants we use are very upscale restaurants so ਤੁਸੀਂ photographs once again ਦੇਖ ਸਕਦੇ ਹੋ ਸਾਡੇ social media ਤੇ ਵੀ and ਬਹੁਤ ਹੀ ਖੂਬਸੂਰਤ ਹੈਗੇ and ਜਿਹੜੀ ਖਾਣੇ ਦੀ ਵੈਰਾਈਟੀ ਉਹ ਵੀ ਕਾਫੀ ਜ਼ਿਆਦਾ ਹੁੰਦੀ ਹੈ ਇਸ ਵਾਰੀ ਤਾਂ ਏਦਾਂ ਹੋਇਆ ਕਿ ਮੈਂ ਆਪਣੇ ਉੱਥੇ ਦੇ ਜਿਹੜੇ ਮੇਰੇ ਕਾਊਂਟਰਪਾਰਟ ਸੀ ਮੈਂ ਉਹਨਾਂ ਨੂੰ ਕਿਹਾ ਕਿ ਪਲੀਜ਼ ਤੁਸੀਂ ਨਾ ਥੋੜਾ ਘੱਟ ਹੀ ਆਰਡਰ ਕਰਿਆ ਕਰੋ ਕਿਉਂਕਿ ਕਾਫੀ ਸਾਰਾ ਨਾ ਬਚ ਜਾਂਦਾ ਹੈ ਫਿਰ ਬੜਾ ਵੇਸਟ ਤੇ ਸਿਰਫ ਮੈਂ ਨਹੀਂ ਜਿਹੜੇ ਸਾਡੇ ਗਰੁੱਪ ਵਾਲੇ ਵੀ ਹੁੰਦੇ ਸਾਰੇ ਉਹ ਵੀ ਕਹਿਣ ਲੱਗ ਜਾਂਦੇ ਮੰਦੀ ਪੈਣਾ ਖਾਣਾ ਵੇਸਟ ਹੋ ਗਿਆ ਨਾ ਵੇਸਟ ਹੋ ਗਿਆ ਅਸੀਂ ਖਾਦਾ ਨਹੀਂ ਬਟ ਆਮ ਸ਼ੋਰ ਯੂ نو ਦੇ ਜਿਹੜਾ ਬਚ ਜਾਂਦਾ ਦੇ ਯੂਜ਼ ਇਟ ਸਮਵੇਅਰ ਮਗਰ ਵੈਰਾਈਟੀ ਬਹੁਤ ਜ਼ਿਆਦਾ ਖਾਣੇ ਦੀ Okay. And I try ਕਿ ਜਿਹੜੀ ਵੀ ਹਾਲਾਂਕਿ cuisine ਹੋਈ ਹੈ ਮਗਰ ਡਿਸ਼ਸ ਡਿਫਰੈਂਟ ਹੋਣ ਥੋੜੀ ਜਿਹਾ ਜਦੋਂ ਵੀ ਅਸੀਂ ਡਿਨਰ ਕਰੀਏ ਵੈਦਰ ਕਿਦਾਂ ਦਾ ਹੁੰਦਾ ਸੋ ਵੈਦਰ ਯੂਰਪ ਵਰਗਾ ਹੀ ਹੈ ਜਿੱਦਾਂ ਸਾਡੇ ਇੱਥੇ ਹੈ ਮਗਰ ਉਹ ਥੋੜਾ ਜਿਹਾ ਵਾਰਮਰ ਸਾਈਡ ਤੇ ਚਲਾ ਜਾਂਦਾ ਹੈ ਗਰਮੀ ਜ਼ਿਆਦਾ ਹੋ ਜਾਂਦੀ ਹੈ ਉੱਥੇ ਜੁਲਾਈ ਐਂਡ ਅਗਸਤ ਦੇ ਵਿੱਚ ਇਟਸ ਅ ਵੈਰੀ ਯੂ نو ਕਿਉਂਕਿ ਮੈਂ ਜੁਲਾਈ ਵਿੱਚ ਗਿਆ ਸੀਗਾ ਲਾਸਟ ਈਅਰ and it was very hot actually and ਹੁਣੇ ਅਸੀਂ ਸੈਪਟੈਂਬਰ ਵਿੱਚ ਗਏ ਸੀਗੇ ਤੇ it was perfect weather ਕੋਈ ਜਿੱਦਾਂ ਪ੍ਰੋਬਲਮ ਵਾਲੀ ਗੱਲ ਨਹੀਂ ਸੀਗੀ ਤੇ ਜਦੋਂ ਅਸੀਂ ਅਬਾਊਟ ਅਪ੍ਰੈਲ ਵਿੱਚ ਆਉਂਦੇ ਆ ਤਾਂ ਵੀ ਵੈਦਰ ਬਿਲਕੁਲ ਸਹੀ ਹੁੰਦਾ ਜਿੱਦਾਂ 20-22 ਡਿਗਰੀ ਹੁੰਦਾ ਪਰ ਸ਼ਾਮ ਨੂੰ ਥੋੜੀ ਜੀ ਕਈ ਵਾਰੀ ਯੂ نو ਚਿਲ ਹੋ ਜਾਂਦਾ ਸੋ ਵੀ ਕੈਨ take a small jacket with us or whatever you know ਔਰ ਕਿੰਨੇ ਦਿਨਾਂ ਦਾ ਟੂਰ ਹੁੰਦਾ ਇਨਕਲੂਡਿੰਗ ਜਾਰਜੀਆ ਐਂਡ ਅਰਮੇਨੀਆ ਸੋ ਅਗਰ ਅਸੀਂ ਟੋਟਲ ਦਿਨਾਂ ਦੀ ਗੱਲ ਕਰੀਏ ਤਾਂ ਅਬਾਊਟ 12 ਦਿਨ ਦਾ ਟੂਰ ਹੁੰਦਾ ਹੈ ਅੱਛਾ ਇਨ ਟੋਟਲ ਆਲਮੋਸਟ 2 ਵੀਕਸ 2 ਹਫ਼ਤੇ ਤੋਂ 2 ਦਿਨ ਕੱਟ ਸੋ ਜਾਰਜੀਆ ਜਾ ਕੇ ਫਿਰ ਅਰਮੇਨੀਆ ਐਂਡ ਅਰਮੇਨੀਆ ਤੋਂ ਵਾਪਸ ਜਾਰਜੀਆ ਜੀ ਸੋ ਅਸੀਂ ਪਹਿਲੇ ਜਾਰਜੀਆ ਜਾਂਦੇ ਆ ਤੇ ਫਿਰ ਅਸੀਂ ਅਰਮੇਨੀਆ ਜਾਂਦੇ ਆ 5 ਰਾਤਾਂ ਅਸੀਂ ਜਾਰਜੀਆ ਰਹਿੰਦੇ ਆ ਫਿਰ 4 ਰਾਤਾਂ ਅਰਮੇਨੀਆ ਰਹਿੰਦੇ ਆ ਫਿਰ ਵਾਪਸ ਆ ਕੇ ਜਾਰਜੀਆ ਰਹਿੰਦੇ ਆ ਔਰ ਅਰਮੇਨੀਆ ਦੇ ਵਿੱਚ ਵੀ ਵਾਈਨ ਟੇਸਟਿੰਗ ਕਰਵਾਉਂਦੇ ਆ ਸੋ ਅਰਮੇਨੀਆ ਦੇ ਵਿੱਚ ਇੰਟਰਸਟਿੰਗਲੀ ਅਰਮੇਨੀਆ ਜਿਹੜਾ ਨਾ ਉਹ ਜ਼ਿਆਦਾ ਮਸ਼ਹੂਰ ਹੈ ਬ੍ਰਾਂਡੀ ਵਾਸਤੇ ਉਹਨਾਂ ਦੀ ਬ੍ਰਾਂਡੀ ਵੀ ਅੰਗੂਰ ਤੋਂ ਬਣਦੀ ਹੈ ਸੋ ਮਗਰ ਉਹ ਇਹ ਵਾਈਨ ਵੀ ਬਣਾਉਂਦੇ ਮਗਰ ਇਹ ਬ੍ਰਾਂਡੀ ਇਹਨਾਂ ਦੀ ਐਕਚੁਅਲੀ ਨਾ ਇੱਕ ਬ੍ਰਾਂਡ ਹੈ I shouldn't advertise ਮਗਰ ਉਹ ਬ੍ਰਾਂਡ ਇਹਨਾਂ ਮਸ਼ਹੂਰ ਹੈ ਇਸ ਐਕਚੁਅਲੀ ਆਰਾਰਾਤ ਤੁਹਾਨੂੰ ਪਤਾ ਆਰਾਰਾਤ ਕੀ ਹੈ ਐਕਚੁਅਲੀ ਆਰਾਰਾਤ ਨਾ ਇਹਨਾਂ ਵਾਸਤੇ ਇੱਕ ਹੋਲੀ ਮਾਊਂਟੇਨ ਹੈ ਐਂਡ ਇਟਸ ਮੈਂਸ਼ਨਡ ਇਨ ਦ ਬਾਈਬਲ ਐਸ ਵੈਲ ਜਿੱਥੇ ਨੋਹਾਸ ਆਰਕ ਲੈਂਡ ਹੋਈ ਸੀ ਨਾ ਜਿਹੜੇ ਮਾਊਂਟੇਨ ਤੇ ਉਹ ਆਰਾਰਾਤ ਮਾਊਂਟੇਨ ਹੈ ਸੋ ਆਰਾਰਾਤ ਐਕਚੁਅਲੀ ਪਹਿਲੇ ਅਰਮੇਨੀਆ ਕੋਲ ਹੀ ਸੀਗਾ ਤੇ ਮਗਰ ਫਿਰ ਅਨਫੋਰਚੂਨੇਟਲੀ ਜਿੱਦਾਂ ਲੈਂਡ ਡਿਵਾਈਡ ਹੋਈ ਤੇ ਉਹ ਟਰਕੀ ਵਿੱਚ ਚਲਾ ਗਿਆ ਸੋ ਮਗਰ ਹਲੇ ਵੀ ਤੁਸੀਂ ਅਰਮੇਨੀਆ ਤੋਂ ਆਰਾਰਾਤ ਦੇਖ ਸਕਦੇ ਹੋ ਮਾਊਂਟੇਨ ਅਰਮੇਨੀਅਨ ਸਾਈਡ ਤੋਂ ਮਗਰ ਜਾ ਨਹੀਂ ਸਕਦੇ ਜੇ ਜਾਣ ਵਾਸਤੇ ਤੁਹਾਨੂੰ ਟਰਕੀ ਜਾ ਕੇ ਔਰ ਫਿਰ ਆਰਾਰਾਤ ਜਾਣਾ ਹੈ ਸੋ ਇੱਕ ਤੁਸੀਂ ਦੇਖੋਗੇ ਅਰਮੇਨੀਆ ਦੇ ਵਿੱਚ ਕਾਫੀ ਸਾਰੀ ਚੀਜ਼ਾਂ ਟਰਾਂਸਪੋਰਟੇਸ਼ਨ ਆਰਾਰਾਤ ਬਿਲਡਿੰਗ ਆਰਾਰਾਤ ਸੋ ਹਰ ਚੀਜ਼ ਆਰਾਰਾਤ ਹੈ ਐਂਡ ਉੱਥੇ ਜਿਹੜੇ ਨਾਮ ਵੀ ਹੈਗੇ ਆ ਬੜੇ ਲਿਮਿਟਿਡ ਹੈ ਤੁਸੀਂ ਮੁੰਡਿਆਂ ਦੇ ਮੈਂ ਤੇ ਜਿੰਨੇ ਮੁੰਡਿਆਂ ਨੂੰ ਮਿਲਿਆ ਜਾਂ ਤੇ ਨਾਮ ਹੁੰਦਾ ਆਰਸਨ ਜਾਂ ਆਰਮਨ ਆਰਸਨ ਆਰਮਨ ਜਾਰਜੀਆ ਦੇ ਵਿੱਚ ਆਈ ਥਿੰਕ 80% ਮੁੰਡਿਆਂ ਦਾ ਨਾਮ ਜਾਰਜ ਹੈ ਅੱਛਾ ਸਿੰਪਲ ਲੋਕੀ ਆ ਸਿੰਪਲ ਔਰ ਜਦੋਂ ਬੱਚਾ ਪੈਦਾ ਹੋਇਆ ਨਾਮ ਦੀ ਟੈਨਸ਼ਨ ਨਹੀਂ ਲੈਣੀ ਨਾਮ ਆਪਾਂ ਇਹ ਰੱਖ ਦੇਣਾ ਸਹੀ ਗੱਲ ਆ ਨਹੀਂ ਤਾਂ ਅਸੀਂ ਤਾਂ ਸੋਚਦੇ ਹੀ 2 ਮਹੀਨੇ ਲਗਾ ਦਿੰਦੇ ਕੀ ਨਾਮ ਰੱਖਣਾ ਕਿਉਂਕਿ ਉਹ ਪਰਿਵਾਰ ਦਾ ਬੰਦਾ ਨਾਰਾਜ਼ ਹੋ ਜਾਂਦਾ ਨਾ ਜੇ ਅਗਰ ਨਾਮ ਜੋ ਉਹਨਾਂ ਨੇ ਸੁਜੈਸਟ ਕੀਤਾ ਤੁਸੀਂ ਨਾ ਰੱਖਿਆ ਤੇ ਫਿਰ ਹਾਂਜੀ ਬਿਲਕੁਲ ਸੋ ਫਿਰ ਇੱਥੇ ਜਾਣ ਵਾਸਤੇ ਸਾਨੂੰ ਕੋਈ ਬ੍ਰਿਟਿਸ਼ ਨੈਸ਼ਨਲਸ ਜਾਂ ਇੰਡੀਅਨ ਨੈਸ਼ਨਲ ਕੋਈ ਸਪੈਸ਼ਲ ਵੀਜ਼ਾ ਜਾਂ ਕੁਝ ਚਾਹੀਦਾ ਸੋ ਬ੍ਰਿਟਿਸ਼ ਨੈਸ਼ਨਲਸ ਨੂੰ ਦੋਨੋਂ ਕੰਟਰੀ ਵਾਸਤੇ ਵੀਜ਼ਾ ਦੀ ਲੋੜ ਨਹੀਂ ਹੈ ਮਗਰ ਜਿਹੜੇ ਇੰਡੀਅਨ ਨੈਸ਼ਨਲਸ ਹੈ ਉਹਨਾਂ ਨੂੰ ਕਿਉਂਕਿ ਇੰਡੀਅਨ ਨੈਸ਼ਨਲਸ ਜਿਹੜੇ ਜ਼ਿਆਦਾਤਰ ਟਰੈਵਲ ਕਰਦੇ ਹੈਗੇ ਆ
ਉਹਨਾਂ ਦੇ ਕੋਲ ਬ੍ਰਿਟਿਸ਼ ਪਾਸਪੋਰਟ ਹੈ। Yeah. ਜਿਹੜਾ ਅਰਮੀਨੀਆ ਹੈ ਉਹਦਾ ਈ ਵੀਜ਼ਾ ਹੈ, ਦੈਟਸ ਵੈਰੀ ਸਿੰਪਲ, ਮਗਰ ਉਹ ਅਸੀਂ ਕਰਦੇ ਆ ਆਪੇ ਸਾਰਾ ਕੁਝ, ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਵਾਂਸ ਯੂ ਬੁੱਕਡ ਔਨ ਦ ਟੂਰ। ਸੋ ਅਰਮੀਨੀਆ ਦਾ ਈ ਵੀਜ਼ਾ ਹੈ ਜਿਹੜਾ ਅਸੀਂ ਜਾਣ ਤੋਂ ਪਹਿਲੇ ਅਪਲਾਈ ਕਰਦੇ ਆ। ਤੇ ਜਿਹੜਾ ਜਾਰਜੀਆ ਹੈਗਾ ਉਹਦੇ ਵੀਜ਼ੇ ਦੀ ਲੋੜ ਨਹੀਂ ਹੈਗੀ ਹੈ, ਕਿਉਂਕਿ ਮਗਰ ਐਂਟਰੀ ਮਿਲ ਜਾਂਦੀ ਹੈਗੀ ਔਨ ਦ ਬਾਰਡਰ, ਦੇ ਸਟੈਂਪ ਇਟ ਔਨ ਯੂਰ ਪਾਸਪੋਰਟ। ਅਗਰ ਤੁਹਾਡੇ ਕੋਲ ਨਹੀਂ ਹੈਗਾ ਯੂਕੇ ਦਾ ਪਰਮਨੈਂਟ ਰੈਜ਼ੀਡੈਂਸੀ, ਫਿਰ ਤੁਹਾਨੂੰ ਵੀਜ਼ਾ ਲੈਣਾ ਪੈਂਦਾ ਹੈ, ਔਰ ਉਹ ਵੀ ਤੁਸੀਂ ਅਰੇਂਜ ਕਰ ਦਿੰਦੇ ਆ। ਹਾਂ, ਉਹ ਵੀ ਅਸੀਂ ਅਰੇਂਜ ਕਰਦੇ ਜੀ। ਸੋ ਦੈਟ ਇਜ਼ ਦੀ ਬੈਸਟ ਪਾਰਟ। ਮਤਲਬ ਮਨਦੀਪ ਜੀ ਨਾਲ ਜਦੋਂ ਗੱਲ ਕਰੋ, ਇੱਕ ਤਾਂ ਗੱਲ ਮੈਨੂੰ ਇਹ ਅੱਛੀ ਲੱਗਦੀ ਕਿ ਪਹਿਲਾਂ ਤੋਂ ਘੁੰਮੇ। ਮਨਦੀਪ ਜੀ, ਵੈਸੇ ਤੁਸੀਂ ਕੋਈ ਇਦਾਂ ਦੀ ਕੰਟਰੀ ਹੈ ਜਿੱਥੇ ਤੁਸੀਂ ਨਹੀਂ ਗਏ ਹੈਗੇ? ਨਹੀਂ, ਕੰਟਰੀਜ਼ ਨਹੀਂ, 2 ਕੰਟੀਨੈਂਟਸ ਹੈ ਜਿੱਥੇ ਮੈਂ ਨਹੀਂ ਗਿਆ। ਓਕੇ, ਉਹ 2 ਹੀ ਕੰਟੀਨੈਂਟਸ ਹੈ ਜਿੱਥੇ ਮੈਂ ਨਹੀਂ ਗਿਆ। ਵੈਸੇ ਅੰਟਾਰਕਟਿਕਾ ਨਹੀਂ ਗਿਆ, ਪਰ ਅੰਟਾਰਕਟਿਕਾ ਜਾਣਾ ਵੀ ਥੋੜਾ ਔਖਾ ਹੀ ਹੈ। ਪਰ ਜਿਹੜੇ 2 ਕੰਟੀਨੈਂਟ ਹੈ, ਦੈਟਸ ਅਮਰੀਕਾ, ਆਈ ਹੈਵ ਨੈਵਰ ਬੀਨ ਟੂ ਅਮਰੀਕਾ, ਓਕੇ, ਐਂਡ ਆਈ ਹੈਵ ਨੈਵਰ ਬੀਨ ਟੂ ਆਸਟ੍ਰੇਲੀਆ। ਅੱਛਾ, ਸੋ ਇਹ ਵਾਲੇ ਨਹੀਂ ਗਿਆ ਮੈਂ। ਓਕੇ, ਏਸ਼ੀਆ ਐਂਡ ਯੂਰਪ, ਅਮਰੀਕਾ, ਹਾਂ, ਏਸ਼ੀਆ, ਯੂਰਪ, ਅਫਰੀਕਾ, ਤੇ ਮੈਂ ਕਾਫੀ ਟਰੈਵਲ, ਤੇ ਮੈਂ ਪੂਰੇ ਕੰਟੀਨੈਂਟਸ ਕਵਰ ਕਰ ਲਿਆ ਆਲਮੋਸਟ। ਯਾ, ਦੈਟਸ ਗ੍ਰੇਟ। ਦਿਸ ਇਜ਼ ਦ ਬੈਸਟ ਥਿੰਗ ਅਬਾਊਟ ਪੇਅਰ ਟਰੈਵਲ, ਕਿਉਂਕਿ ਮਨਦੀਪ ਜੀ ਪਹਿਲਾਂ ਜਾ ਕੇ ਆਪਣੀ ਸਾਰੀ ਰਿਸਰਚ ਕਰਕੇ ਸਾਡੇ ਵਾਸਤੇ ਕੀ ਬੈਸਟ ਆ ਉਹ ਸਾਡੇ ਲਈ ਲੈ ਕੇ ਆਉਂਦੇ ਆ। ਸੋ ਥੈਂਕ ਯੂ ਮਨਦੀਪ ਜੀ, ਬਹੁਤ ਅੱਛਾ ਲੱਗਾ ਜਾਰਜੀਆ ਤੇ ਅਰਮੇਨੀਆ ਦੇ ਬਾਰੇ ਜਾਣਕਾਰੀ ਲੈ ਕੇ। ਥੈਂਕ ਯੂ ਜੀ। ਥੈਂਕ ਯੂ ਵੈਰੀ ਮਚ।